ਸਲੋਕ ਅਗੰਮ ਅਗਾਧ ਪਾਰ ਬ੍ਰਹਮ ਸੋਏ। ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ। ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧ ਕੈ ਸੰਗ ਮੁਖ ਉਜਲ ਹੋਤ। ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੈ ਅਭਿਮਾਨ। ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ। ਸਾਧ ਸੰਗ ਸਭ ਹੂਤ ਨਬੇਰਾ। ਸਾਧ ਕੈ ਸੰਗ ਪਾਏ ਨਾਮ ਰਤਨ। ਸਾਧ ਕੈ ਸੰਗ ਏਕ ਊਪਰ ਜਤਨ। ਸਾਧ ਕੀ ਮਹਿਮਾ ਬਰਨੈ ਕੌਣ ਪਰਾਨੀ। ਨਾਨਕ ਸਾਧ ਕੀ ਸ਼ੋਭਾ ਪ੍ਰਭ ਮਾਹੇ ਸਮਾਨੀ। ਸਾਧ ਕੀ ਮਹਿਮਾ ਬਰਨੈ ਕੌਣ ਪਰਾਨੀ। ਨਾਨਕ ਸਾਧ ਕੀ ਸ਼ੋਭਾ ਪ੍ਰਭ ਮਾਹੇ ਸਮਾਨੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਓਟ ਆਸਰਾ ਲਈਏ ਜੀ। ਸਤਿਕਾਰ ਸਹਿਤ ਸਤਿਗੁਰੂ ਦੇ ਪਿਆਰ ਵਿੱਚ ਭਿੱਜ ਕੇ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤੀ ਹੋਈ ਮਹਾਨ ਗੁਰੂ ਫਤਿਹ ਨਾਲ ਸਾਂਝ ਪਾਈਏ। ਸਤਿਕਾਰ ਨਾਲ ਪਿਆਰ ਨਾਲ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ, ਜਿਨ੍ਹਾਂ ਦੀ ਅਪਾਰ ਮਹਿਮਾ ਨਾਲ ਭਰੀ ਹੋਈ ਪਾਵਨ ਬਾਣੀ ਸੁਖਮਨੀ ਸਾਹਿਬ, ਜਿਹਦੇ ਵਿੱਚ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਨਾਲ ਜੋੜਨ ਦੇ ਲਈ ਇਨਸਾਨ ਨੂੰ ਬਹੁਤ ਹੀ ਸਿੱਧਾ ਪੱਧਰਾ ਰਸਤਾ ਦੱਸਿਆ ਹੈ। ਅਸੀਂ ਸੁਖਮਨੀ ਸਾਹਿਬ ਦੀ ਵਿਚਾਰ ਕਰਦਿਆਂ ਹੋਇਆਂ 6 ਅਸ਼ਟਪਦੀਆਂ ਕੰਪਲੀਟ ਕੀਤੀਆਂ ਨੇ ਅਤੇ 7ਵੀਂ ਅਸ਼ਟਪਦੀ ਦੇ ਵਿੱਚ ਸਤਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਪ੍ਰਵੇਸ਼ ਕੀਤਾ ਹੈ। ਆਓ ਸਤਿਗੁਰੂ ਜੀ ਦਾ ਧੰਨਵਾਦ ਕਰੀਏ। ਗੁਰੂ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਪਿਆਰ ਸਤਿਕਾਰ ਨਾਲ ਸਾਰੇ ਆਖੀਏ ਜੀ ਧੰਨ ਵਾਹਿਗੁਰੂ। ਗੁਰੂ ਪਿਆਰਿਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਅਸ਼ਟਪਦੀ ਦੇ ਸ਼ੁਰੂਆਤ ਵਿੱਚ ਸ਼ਲੋਕ ਲਿਖਿਆ ਹੈ, ਜਿਵੇਂ ਕਿ ਸਤਿਗੁਰੂ ਦੀ ਰੂਟੀਨ ਹੈ। ਰੂਟੀਨ ਵਾਈਜ਼ ਜਦੋਂ ਉਹਨਾਂ ਨੇ ਸ਼ਲੋਕ ਲਿਖਿਆ ਤੇ ਸ਼ਲੋਕ ਦੇ ਵਿੱਚ ਬੜੇ ਪਿਆਰੇ ਬਚਨ ਉਹਨਾਂ ਨੇ ਵਰਣਨ ਕੀਤੇ ਨੇ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਜਿਹੜਾ ਅਕਾਲ ਪੁਰਖ ਵਾਹਿਗੁਰੂ ਬਹੁਤ ਬੇਅੰਤ ਹੈ ਤੇ ਇਨਸਾਨ ਦੀ ਪਹੁੰਚ ਤੋਂ ਬਹੁਤ ਪਰਾਂ ਹੈ, ਬਹੁਤ ਅਥਾਹ ਹੈ, ਬਹੁਤ ਵੱਡਾ ਹੈ, ਜਿਹੜਾ ਕਿ ਬੰਦੇ ਦੀ ਸਮਝ ਤੋਂ ਬਹੁਤ ਹੀ ਪਰਾਂ ਵਸਦਾ ਹੈ। ਇਹਦਾ ਮਤਲਬ ਇਹ ਨਹੀਂ ਵੀ ਅਕਾਲ ਪੁਰਖ ਵਾਹਿਗੁਰੂ ਬੰਦੇ ਤੋਂ ਦੂਰ ਵਸਦਾ ਹੈ। ਇਹਦਾ ਮਤਲਬ ਹੈ ਕਿ ਇਨਸਾਨ ਦੀ ਬੁੱਧੀ, ਇਨਸਾਨ ਦੀ ਸੋਚ ਅਜੇ ਬਹੁਤ ਛੋਟੀ ਹੈ, ਪਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦਾ ਦਾਇਰਾ ਬਹੁਤ ਮਹਾਨ ਹੈ, ਬਹੁਤ ਵੱਡਾ ਹੈ। ਕਈ ਵਾਰ ਨਾ ਅਸੀਂ ਆਪਣੀ ਬੁੱਧੀ ਦਾ ਇਸਤੇਮਾਲ ਕਰਨ ਲੱਗ ਪੈਂਦੇ ਹਾਂ। ਜਿਵੇਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਅਸੀਂ ਨਾ ਦੇਖਦੇ ਹਾਂ ਤੇ ਸਾਨੂੰ ਚੰਗਾ ਲੱਗਦਾ ਹੈ ਵੇਖ ਕੇ। ਅਸੀਂ ਸੋਚਦੇ ਹਾਂ ਵੀ ਸਭ ਕੁਝ ਆਪਾਂ ਪਾਲਿਆ। ਇੱਦਾਂ ਹੀ ਅਸੀਂ ਸੋਚਦੇ ਹਾਂ ਨਿਰੰਕਾਰ ਵੀ ਸਾਨੂੰ ਮਿਲ ਗਿਆ, ਭਾਵ ਅਸੀਂ ਉਹਨੂੰ ਪਾਲਿਆ, ਭਾਵ ਕਿ ਅਸੀਂ ਉਹਨੂੰ ਸਮਝ ਲਿਆ। ਸ਼ੇਖ ਸ਼ਾਇਦੀ ਜੀ ਦੇ ਜੀਵਨ ਦੀ ਇੱਕ ਘਟਨਾ ਬੜੀ ਹੀ ਪਿਆਰੀ ਹੈ। ਸ਼ਾਇਦੀ ਸਾਹਿਬ ਨਾ ਇੱਕ ਕੰਢੇ ਤੇ ਬੈਠੇ ਨੇ ਸਮੁੰਦਰ ਦੇ, ਤੇ ਕੀ ਵੇਖਦੇ ਇੱਕ ਨਾ ਛੋਟਾ ਜਿਹਾ ਬੱਚਾ ਹੈ। ਉਹਦੇ ਕੋਲ ਇੱਕ ਛੋਟਾ ਜਿਹਾ ਗਲਾਸ ਨੁਮਾ ਕੋਈ ਭਾਂਡਾ ਹੈ ਤੇ ਚਮਚਿਆਂ ਦੇ ਨਾਲ ਪਾਣੀ ਭਰੀ ਜਾਂਦਾ, ਭਰੀ ਜਾਂਦਾ, ਭਰੀ ਜਾਂਦਾ। ਗਲਾਸ ਭਰ ਜਾਂਦਾ, ਬੱਚਾ ਰੋਣ ਲੱਗ ਪੈਂਦਾ, ਫਿਰ ਡੋਲਦਾ, ਫਿਰ ਭਰਦਾ, ਬੱਚਾ ਫਿਰ ਰੋਂਦਾ। ਸ਼ਾਇਦੀ ਸਾਹਿਬ ਬੱਚੇ ਦੇ ਕੋਲ ਗਏ, ਉਹਨੂੰ ਜਾ ਕੇ ਬੱਚੇ ਨੂੰ ਪੁੱਛਿਆ ਵੀ ਕਾਕਾ ਬੱਲੀ, ਵੀ ਕਾਰਨ ਕੀ ਤੂੰ ਰੋਂਦਾ ਕਿਉਂ ਪਿਆ? ਤੇ ਸ਼ਾਇਦੀ ਜੀ ਕਹਿੰਦੇ ਬੱਚੇ ਨੇ ਅੱਗੋਂ ਇਹ ਜਵਾਬ ਦਿੱਤਾ ਕਿ ਮੈਂ ਨਾ ਸਮੁੰਦਰ ਨੂੰ ਗਲਾਸ ਵਿੱਚ ਭਰਨ ਦਿਆਂ, ਪਰ ਸਮੁੰਦਰ ਮੇਰੇ ਗਲਾਸ 'ਚ ਆ ਹੀ ਨਹੀਂ ਰਿਹਾ। ਸ਼ਾਇਦੀ ਸਾਹਿਬ ਨੂੰ ਉਸੇ ਟਾਈਮ ਹੀ ਦਿਮਾਗ ਵਿੱਚ ਗੱਲ ਫੁਰੀ। ਉਹ ਕਹਿੰਦੇ ਜਿਵੇਂ ਇਹ ਬੱਚਾ ਪੂਰੇ ਸਮੁੰਦਰ ਨੂੰ ਆਪਣੇ ਗਲਾਸ ਵਿੱਚ ਭਰਨਾ ਚਾਹੁੰਦਾ ਹੈ, ਪਰ ਸਮੁੰਦਰ ਗਲਾਸ ਤੋਂ ਬਹੁਤ ਵੱਡਾ ਹੈ, ਸਮੁੰਦਰ ਗਲਾਸ ਵਿੱਚ ਸਮਾ ਨਹੀਂ ਸਕਦਾ। ਹਾਂ, ਸਮੁੰਦਰ ਦਾ ਪਾਣੀ ਥੋੜਾ ਬਹੁਤਾ ਗਲਾਸ ਵਿੱਚ ਭਰਿਆ ਜਾ ਸਕਦਾ ਹੈ, ਪਰ ਸਮੁੱਚਾ ਸਮੁੰਦਰ ਤੇਰੇ ਗਲਾਸ 'ਚ ਨਹੀਂ ਆਉਣ ਲੱਗਾ।
ਇਸੇ ਤਰ੍ਹਾਂ ਬੰਦਾ ਜਿਹੜਾ ਨਾ ਆਪਣੀ ਛੋਟੀ ਜੀ ਸੋਚ ਦੇ ਵਿੱਚ ਇੰਨੇ ਵੱਡੇ ਅਕਾਲ ਪੁਰਖ ਵਾਹਿਗੁਰੂ ਬ੍ਰਹਿਮੰਡਾਂ ਦੇ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਨਾ ਸੀਮਤ ਕਰਨਾ ਚਾਹੁੰਦਾ ਹੈ। ਪਰ ਬੰਦੇ ਦੀ ਸੋਚ ਦਾ ਦਾਇਰਾ ਬਹੁਤ ਛੋਟਾ ਹੈ, ਨਿਰੰਕਾਰ ਤਾਂ ਬਹੁਤ ਮਹਾਨ ਹੈ। ਜਿਨੇ ਇਹਦੀ ਸੋਚ ਨੂੰ ਪੈਦਾ ਕੀਤਾ ਉਹ ਆਪ ਕਿੰਨਾ ਵੱਡਾ ਹੋਏਗਾ, ਜਿਨੇ ਇਹਦਾ ਖੰਡ ਤਿਆਰ ਕੀਤਾ ਉਹ ਬ੍ਰਹਿਮੰਡਾਂ ਦਾ ਮਾਲਕ ਕਿੱਡਾ ਵੱਡਾ ਹੋਏਗਾ। ਸੋ ਇਸ ਲਈ ਆਖਿਆ ਗਿਆ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਵਾਹਿਗੁਰੂ ਅਸਲ ਦੇ ਵਿੱਚ ਕਿਤੇ ਬਾਹਰ ਨਹੀਂ ਗਿਆ ਹੋਇਆ, ਉਹ ਤੇਰੇ ਅੰਦਰ ਹੈ। ਪਰ ਜਿਹੜਾ ਖੋਜਦਾ ਉਹ ਪਾਉਂਦਾ ਹੈ, ਤੇ ਜਿਹੜਾ ਪਾ ਲੈਂਦਾ ਹੈ ਉਹ ਇਹ ਸ਼ਬਦ ਵਰਤਦਾ ਹੈ, ਜਿਨ ਹਰ ਪਾਇਆ ਤਿਨੈ ਛੁਪਾਇਆ। ਜਿਹੜਾ ਪਾ ਲੈਂਦਾ ਹੈ ਉਹ ਕਹਿੰਦਾ ਮੈਂ ਤਾਂ ਉਹਦਾ ਹੀ ਰੂਪ ਹੋ ਗਿਆ। ਜਿਵੇਂ ਬਾਬਾ ਕਬੀਰ ਸਾਹਿਬ ਨੇ ਆਖਿਆ ਨਾ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕੁਝ ਬੰਦਾ ਦੱਸ ਨਹੀਂ ਨਾ ਸਕਦਾ। ਹੁਣ ਜਦੋਂ ਸ਼ੇਖ ਸ਼ਾਇਦੀ ਸਾਹਿਬ ਨੇ ਗੱਲ ਸੁਣੀ ਤਾਂ ਬੱਚੇ ਨੂੰ ਉਹਨਾਂ ਨੇ ਬੜਾ ਸੋਹਣਾ ਜਵਾਬ ਦਿੱਤਾ, ਕਾਕਾ ਤੇਰੇ ਇਸ ਗਲਾਸ ਵਿੱਚ ਭਾਂਡੇ 'ਚ ਸਮੁੰਦਰ ਨਹੀਂ ਆਉਣ ਲੱਗਾ, ਤੂੰ ਇਦਾਂ ਕਰ ਆਪਣਾ ਗਲਾਸ ਸਮੁੰਦਰ ਵਿੱਚ ਸੁੱਟ ਦੇ, ਵੇਖੀ ਸਮੁੰਦਰ ਦਾ ਰੂਪ ਬਣ ਜਾਏਗਾ। ਐਸਾ ਹੀ ਹੋਇਆ। ਜਿਸ ਦਿਨ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਨਮੁਖ ਸਮਰਪਣ ਕਰ ਦੇਵਾਂਗੇ ਉਸ ਦਿਨ ਅਸੀਂ ਗੁਰੂ ਦਾ ਰੂਪ ਬਣਾਂਗੇ। ਪਿਆਰਿਓ, ਜਦੋਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਖੰਡੇ ਕੀ ਪਹੁਲ ਦਿੱਤੀ ਨਾ, ਉਹ ਸਨ ਸੀ 1699, ਵਿਸਾਖੀ ਦਾ ਪਾਵਨ ਦਿਨ ਸੀ, ਤੇ ਸਤਿਗੁਰੂ ਨੇ ਖੰਡੇ ਕੀ ਪਹੁਲ ਦੇਣ ਤੋਂ ਪਹਿਲਾਂ ਪਿਆਰਿਆਂ ਦੀ ਚੋਣ ਕੀਤੀ ਸੀ, ਜਿਨ੍ਹਾਂ ਵਿੱਚੋਂ 5 ਲਿੱਤਰੇ। ਇਤਿਹਾਸਕਾਰ ਕਹਿੰਦੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਜਿਨ੍ਹਾਂ ਦੇ ਵੱਖੋ ਵੱਖਰੇ ਨਾਮ ਸੀ। ਉਹਨਾਂ ਦੇ ਨਾਮ ਮਿਟਾ ਕੇ ਸਤਿਗੁਰੂ ਨੇ ਉਹਨਾਂ ਨੂੰ ਬੜੇ ਪਿਆਰੇ ਨਾਮ ਦਿੱਤੇ। ਕੋਈ ਦਾਸ ਸੀ, ਕੋਈ ਰਾਏ ਸੀ, ਕੋਈ ਚੰਦ ਸੀ। ਸਾਰਿਆਂ ਨੂੰ ਸਿੰਘ ਦਾ ਲਕਬ ਦਿੱਤਾ, ਬੀਬੀਆਂ ਨੂੰ ਕੌਰ ਦਾ ਲਕਬ ਦਿੱਤਾ, ਜਿਹੜਾ ਕਿ ਅੱਜ ਅਸੀਂ ਭੁੱਲਦੇ ਜਾ ਰਹੇ ਹਾਂ। ਸਤਿਗੁਰੂ ਜੀ ਨੇ ਸਭਨਾਂ ਨੂੰ ਆਖਿਆ, ਤੁਸੀਂ ਮੇਰੇ ਪਿਆਰੇ ਬੰਦੇ ਯੋਗ ਹੋ ਜੇਕਰ ਤੁਸੀਂ ਮੇਰੇ ਵਿੱਚ ਸਮਾ ਜਾਓਗੇ। ਅੱਜ ਘਾਟ ਕੀ ਹੈ? ਅਸੀਂ ਆਪਣੇ ਆਪ ਨੂੰ ਗੁਰੂ ਦੇ ਸਨਮੁਖ ਰੱਖਣਾ ਨਹੀਂ ਚਾਹੁੰਦੇ, ਗੁਰੂ ਦੇ ਸਮਰਪਣ ਕਰਨਾ ਨਹੀਂ ਚਾਹੁੰਦੇ। ਇਸੇ ਲਈ ਸਾਡੇ ਜੀਵਨ ਦੇ ਵਿੱਚ ਕਮੀਆਂ ਆ ਰਹੀਆਂ ਨੇ। ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਨਮੁਖ ਹਾਜ਼ਰ ਕਰ ਦੇਵਾਂਗੇ ਨਾ, ਗੁਰੂ ਦੇ ਵਿੱਚ ਸਮਾ ਜਾਵਾਂਗੇ, ਫਿਰ ਗੁਰੂ ਦਾ ਰੂਪ ਅਸੀਂ ਬਣ ਜਾਵਾਂਗੇ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਭਾਈ ਲਹਿਣੇ ਦੀ ਚੋਣ ਕੀਤੀ ਤਾਂ ਉਹਨਾਂ ਦੇ ਲਈ ਉਹਨਾਂ ਨੇ ਬਾਅਦ 'ਚ ਸ਼ਬਦ ਵਰਤਿਆ ਸੀ ਅੰਗਦ। ਜਦੋਂ ਉਹਨਾਂ ਨੂੰ ਗੁਰਤਾ ਗੱਦੀ ਤੇ ਬਿਠਾਇਆ ਗਿਆ ਤਾਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਜਿਹੜਾ ਨਾਮ ਦਿੱਤਾ ਸੀ ਅੰਗਦ। ਅੱਜ ਅਸੀਂ ਕਹਿੰਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ। ਉਹਨਾਂ ਦੇ ਲਈ ਇੱਕ ਸ਼ਾਇਰਕਾਰ ਨੇ ਸ਼ਬਦ ਵੀ ਵਰਤਿਆ, ਇਸ਼ਕ ਕੀ ਭੱਠੀ ਮੇਂ ਡਾਲ ਕਰ ਜਿਸਮ ਸੋਨਾ ਕਰ ਦਿਆ, ਲੈਣੇ ਸੇ ਅੰਗਦ ਬਣਾ ਅੰਗਦ ਸੇ ਅੱਲਾ ਕਰ ਦਿਆ। ਦੇਖੋ, ਜਦੋਂ ਅਸੀਂ ਗੁਰੂ ਦੇ ਪਾਵਨ ਚਰਨਾਂ 'ਚ ਨੱਕ ਮਸਤਕ ਹੁੰਨੇ ਆ, ਉਸੇ ਟਾਈਮ ਆਖੋ ਸਤਿਗੁਰੂ ਇਹ ਜੀਵਨ ਹੀ ਤੇਰਾ ਹੋ ਗਿਆ, ਬਸ ਗੱਲ ਬਣ ਜਾਂਦੀ। ਜਦੋਂ ਅਸੀਂ ਆਪਣੇ ਆਪ ਨੂੰ ਵੱਖਰਾ ਤੇ ਗੁਰੂ ਨੂੰ ਵੱਖਰਾ ਦੇਖਦੇ ਹਾਂ ਫਿਰ ਕਿਤੇ ਗੱਲ ਨਹੀਂ ਬਣਦੀ। ਹੁਣ ਕੁਝ ਵੀਰਾਂ ਦੇ ਜਿਹੜੇ ਸਵਾਲ ਆਉਂਦੇ ਨੇ ਉਹਨਾਂ ਦੇ ਜਵਾਬ ਮੈਂ ਨਾਲ ਦੇ ਦੇਵਾਂ। ਕਈ ਵੀਰ ਕਹਿੰਦੇ ਨੇ ਬਾਣੀ ਪੜ੍ਹਨ ਦਾ ਕੀ ਕੋਈ ਵੱਖਰਾ ਟਾਈਮ ਹੁੰਦਾ ਹੈ? ਦੇਖੋ, ਰਹਿ ਰਾਸ ਸਾਹਿਬ ਕਰਨ ਦਾ ਇੱਕ ਵੱਖਰਾ ਟਾਈਮ ਨਿਯਤ ਕੀਤਾ ਪੰਥ ਨੇ, ਪਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਰਹਿ ਰਾਸ ਪੜ੍ਹ ਨਹੀਂ ਸਕਦੇ, ਜਦੋਂ ਦਿਲ ਕਰਦਾ ਪੜ੍ਹੋ। ਨਿਤਨੇਮ ਦਾ ਇੱਕ ਵੱਖਰਾ ਟਾਈਮ ਹੈ, ਨਿਯਤ ਕੀਤਾ ਪੰਥ ਨੇ, ਉਸ ਟਾਈਮ ਪੜ੍ਹੋ। ਪਰ ਦਿਨ ਦੇ ਵਕਤ, ਰਾਤ ਦੇ ਵਕਤ, ਜਦੋਂ ਤੁਹਾਡੇ ਕੋਲ ਟਾਈਮ ਹੈ ਤੁਸੀਂ ਕਿਸੇ ਵੇਲੇ ਵੀ ਪੜ੍ਹ ਸਕਦੇ ਹੋ। ਬਾਣੀ ਪੜ੍ਹਨ ਦਾ ਕੋਈ ਟਾਈਮ ਨਹੀਂ, ਬਾਣੀ ਰੂਹ ਦੀ ਖੁਰਾਕ ਹੈ। ਪਰ ਨਿਤਨੇਮ ਦੀ ਜਿਹੜੇ ਰੂਲ ਨੇ ਉਹਨਾਂ ਨੂੰ ਫੋਲੋ ਕਰਨਾ ਵੀ ਸਿੱਖ ਦਾ ਫਰਜ਼ ਹੈ। ਜਦੋਂ ਆਪਾਂ ਬਾਣੀ ਦੇ ਲੜ ਲੱਗ ਗਏ ਨਾ, ਸਾਡਾ ਜੀਵਨ ਹੀ ਉੱਚਾ ਸੁੱਚਾ ਭਲੇ ਹੋ ਜਾਣਾ, ਅਸੀਂ ਗੁਰੂ ਦੇ ਵਰਗੇ ਹੀ ਹੋ ਜਾਣਾ। ਸੋ ਅਕਾਲ ਪੁਰਖ ਵਾਹਿਗੁਰੂ ਜਿਹੜਾ ਬੰਦੇ ਦੀ ਸਮਝ ਤੋਂ, ਸੋਚ ਤੋਂ ਬਹੁਤ ਵੱਡਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਜੋ ਜੋ ਕਹਿ ਸੋ ਮੁਕਤਾ ਹੋਏ। ਪਰ ਜਿਹੜਾ ਇਨਸਾਨ, ਜਿਹੜਾ ਮਨੁੱਖ ਉਸ ਪ੍ਰਮਾਤਮਾ ਨੂੰ ਸਿਮਰਦਾ ਹੈ ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਹੁਣ ਇੱਥੇ ਮੁਕਤੀ ਜਿਹੜੀ ਹੈ ਉਹ ਬ੍ਰਾਹਮਣਵਾਦ ਵਾਲੀ ਨਹੀਂ, ਹਿੰਦੂਆਂ ਵਾਲੀ ਨਹੀਂ। ਇੱਥੇ ਜਿਹੜੀ ਮੁਕਤੀ ਹੈ ਉਹ ਹੈ ਜਿਉਂਦਿਆਂ 'ਚ ਹੀ। ਮਰਨ ਤੋਂ ਬਾਅਦ ਕੋਈ ਬੰਦਾ ਮੁਕਤ ਨਹੀਂ ਹੁੰਦਾ। ਆਪਾਂ ਉਸ ਮੁਕਤੀ ਨੂੰ ਕੀ ਕਰਨਾ ਜਿਹੜੀ ਮਰਨ ਤੋਂ ਬਾਅਦ ਮਿਲਦੀ ਹੈ? ਅਸੀਂ ਉਸ ਸਵਰਗ ਨੂੰ ਕੀ ਕਰਨਾ ਜਿਹੜਾ ਮਰਨ ਤੋਂ ਬਾਅਦ ਮਿਲੇ? ਸਾਨੂੰ ਤਾਂ ਜਿਉਂਦਿਆਂ ਜੀ ਚਾਹੀਦਾ ਹੈ, ਸਾਨੂੰ ਤਾਂ ਜਿਉਂਦਿਆਂ ਜੀ ਮੁਕਤੀ ਚਾਹੀਦੀ ਹੈ। ਸੋ ਉਹ ਮੁਕਤੀ ਗੁਰਬਾਣੀ ਮੁਤਾਬਕ ਜੀਵਨ ਢਾਲਣ ਦੀ ਗੱਲ ਹੈ ਕਿ ਜਦੋਂ ਅਸੀਂ ਗੁਰੂ ਦੇ ਉਪਦੇਸ਼ ਮੁਤਾਬਕ ਤੁਰਦੇ ਹਾਂ ਸਾਡਾ ਜੀਵਨ ਉੱਚਾ ਸੁੱਚਾ ਹੋ ਜਾਂਦਾ ਹੈ, ਅਸੀਂ ਵਿਕਾਰਾਂ ਤੋਂ ਤੇ ਬੁਰਾਈਆਂ ਤੋਂ ਬਚ ਜਾਂਦੇ ਹਾਂ। ਸੁਣ ਮੀਤਾ ਨਾਨਕ ਬਿਨਵੰਤਾ, ਹੇ ਮਿੱਤਰ ਸੁਣ, ਨਾਨਕ ਬੇਨਤੀ ਕਰਦਾ ਹੈ। ਸਾਧ ਜਨਾ ਕੀ ਅਚਰਜ ਕਥਾ, ਅਚਰਜ ਦਾ ਮਤਲਬ ਹੈ ਹੈਰਾਨ ਕਰਨ ਵਾਲੀ। ਸਿਮਰਨ ਕਰਨ ਵਾਲੇ ਜਿਹੜੇ ਰੱਬ ਦੇ ਪਿਆਰੇ ਨੇ, ਗੁਰਮੁਖ ਜਨ ਨੇ ਨਾ, ਉਹਨਾਂ ਦਾ ਜ਼ਿਕਰ ਕਰਨਾ ਹੀ ਹੈਰਾਨ ਕਰਨ ਵਾਲਾ ਹੈ। ਭਾਵ ਜਿਨ੍ਹਾਂ ਨੂੰ ਗੁਰੂ ਰੂਪ ਸਾਧ ਦੀ ਸੰਗਤ ਮਿਲ ਜਾਏ, ਗੁਰੂ ਰੂਪ ਸੰਤ ਦੀ ਸੰਗਤ ਮਿਲ ਜਾਏ, ਗੁਰੂ ਰੂਪ ਬ੍ਰਹਮ ਗਿਆਨੀ ਦੀ ਸੰਗਤ ਮਿਲ ਜਾਏ, ਉਹਨਾਂ ਦਾ ਜੀਵਨ ਉੱਚਾ ਸੁੱਚਾ ਹੋ ਜਾਂਦਾ ਹੈ। ਫਿਰ ਉਹਨਾਂ ਦੇ ਜੀਵਨ ਦਾ ਜ਼ਿਕਰ ਕਰਨਾ ਵੀ ਬਹੁਤ ਕਮਾਲ ਦਾ ਹੁੰਦਾ।
ਅੱਜ ਜਦੋਂ ਅਸੀਂ ਰੱਬ ਨਾਲ ਜੁੜੇ ਹੋਏ ਬੰਦਿਆਂ ਦਾ ਜ਼ਿਕਰ ਕਰਦੇ ਹਾਂ, ਹੱਥ ਜੁੜ ਜਾਂਦੇ ਨਾ। ਭਗਤ ਪੂਰਨ ਸਿੰਘ ਦਾ ਜ਼ਿਕਰ ਕਰਦੇ ਹਾਂ, ਸਿਰ ਆਪੇ ਝੁਕਦਾ ਹੈ। ਭਾਈ ਮਨੀ ਸਿੰਘ ਜੀ ਦਾ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਤਾਰਾ ਸਿੰਘ, ਭਾਈ ਤਾਰੂ ਜੀ ਆਦਿਕ ਜਿਹੜੇ ਪੁਰਾਤਨ ਗੁਰਸਿੱਖ ਹੋਏ ਨੇ ਜਾਂ ਹੁਣ ਦੇ ਸਮੇਂ 'ਚ ਨੇ, ਜਿਨ੍ਹਾਂ ਨੇ ਨਾਮ ਨੂੰ ਆਪਣੇ ਜੀਵਨ ਵਿੱਚ ਵਸਾਇਆ, ਉਹਨਾਂ ਦਾ ਜ਼ਿਕਰ ਕਰਦੇ ਹਾਂ ਤਾਂ ਸੀਸ ਝੁਕਦਾ ਹੈ। ਮਤਲਬ ਕਿ ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਲ ਕਨੈਕਟ ਹੋ ਜਾਂਦਾ ਹੈ, ਜਿੱਥੇ ਵਾਹਿਗੁਰੂ ਬਹੁਤ ਕਮਾਲ ਦਾ ਹੈ, ਉੱਥੇ ਉਹਨਾਂ ਪਿਆਰਿਆਂ ਦਾ ਜੀਵਨ ਵੀ ਬਹੁਤ ਕਮਾਲ ਦਾ ਹੋ ਜਾਂਦਾ ਹੈ। ਇਹ ਤੋਂ ਅੱਗੇ ਆਰੰਭ ਹੁੰਦੀ ਅਸ਼ਟਪਦੀ। ਸ਼ਬਦ ਹੈ ਸਾਧ ਕੈ ਸੰਗ ਮੁਖ ਉਜਲ ਹੋਤ। ਸਾਧ ਕੈ ਸੰਗ, ਇੱਥੇ ਸਾਧ ਸ਼ਬਦ ਅੱਜ ਕੱਲ ਦੇ ਪਖੰਡੀਆਂ ਲਈ ਨਹੀਂ ਵਰਤਿਆ। ਗੁਰੂ ਅਰਜਨ ਸਾਹਿਬ ਦੇ ਟਾਈਮ ਕੋਈ ਸਾਧ ਨਹੀਂ ਸੀ ਇਦਾਂ ਦਾ ਵੀ ਜਿਹਨੂੰ ਸਤਿਗੁਰੂ ਜੀ ਸਨਮੁਖ ਰੱਖ ਕੇ ਤੇ ਇਹ ਸਾਧ ਸ਼ਬਦ ਵਰਤਦੇ। ਬਹੁਤ ਸਾਰੇ ਪਖੰਡੀ ਲੋਕਾਂ ਨੇ ਸਾਧ ਸੰਤ ਤੇ ਬ੍ਰਹਮ ਗਿਆਨੀ ਸ਼ਬਦ ਨੂੰ ਆਪਣੇ ਨਾਲ ਵਰਤ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਇੱਕ ਜਰੀਆ ਤਿਆਰ ਕੀਤਾ ਹੈ ਤੇ ਲੋਕ ਧੜਾ ਧੜ ਮੂਰਖ ਬਣ ਰਹੇ ਨੇ। ਸਤਿਗੁਰੂ ਨੇ ਅਸਲ ਦੇ ਵਿੱਚ ਜਿਹੜਾ ਸਾਧ ਸ਼ਬਦ ਵਰਤਿਆ ਉਹ ਗੁਰੂ ਲਈ ਵਰਤਿਆ ਹੈ। ਸਾਧ ਕੈ ਸੰਗ, ਗੁਰੂ ਦੀ ਸੰਗਤ ਵਿੱਚ ਜੇਕਰ ਜੁੜਿਆ ਜਾਏ, ਮੁਖ ਉਜਲ ਹੋਤ, ਤਾਂ ਮੂੰਹ ਉਜਲਾ ਹੋ ਜਾਂਦਾ ਹੈ। ਮਤਲਬ ਕਿ ਇਨਸਾਨ ਦੀ ਇੱਜ਼ਤ ਬਰਕਰਾਰ ਰਹਿੰਦੀ ਹੈ, ਇਨਸਾਨ ਬੁਰਾਈਆਂ ਵੱਲੋਂ ਬਚ ਜਾਂਦਾ ਹੈ। ਮੁਖ ਉਜਲ ਹੋਤ ਦਾ ਮਤਲਬ, ਉਜਲ ਦਾ ਮਤਲਬ ਹੁੰਦਾ ਹੈ ਜਿਵੇਂ ਉਜਲੇ ਕੱਪੜੇ, ਚਿੱਟੇ ਕੱਪੜੇ, ਸਾਫ਼ ਸੁਥਰੇ ਆਪਾਂ ਕਹਿੰਦੇ। ਤੇਰਾ ਮੂੰਹ ਨਾ ਸਾਫ਼ ਸੁਥਰਾ ਰਹੇਗਾ, ਤੂੰ ਇੱਜ਼ਤ ਵਾਲਾ ਰਹੇਗਾ, ਇੱਜ਼ਤ ਤੇਰੀ ਬਰਕਰਾਰ ਰਹੇਗੀ, ਮਾੜਿਆਂ ਕੰਮਾਂ ਤੋਂ ਬਚਿਆ ਰਹੇਗਾ, ਬੁਰਾਈ ਤੋਂ ਦੂਰ ਰਹੇਗਾ ਜੇ ਤੂੰ ਗੁਰੂ ਦੀ ਸੰਗਤ ਕਰੇਗਾ। ਸਾਧ ਕੈ ਸੰਗ, ਗੁਰੂ ਦੀ ਸੰਗਤ ਕਰਨ ਨਾਲ, ਸੱਚ ਦੇ ਨਾਲ ਕਨੈਕਟ ਹੋਣ ਨਾਲ ਇਨਸਾਨ ਇੱਜ਼ਤ ਵਾਲਾ ਬਣਿਆ ਰਹਿੰਦਾ ਹੈ, ਇਨਸਾਨ ਮਾੜਿਆਂ ਕੰਮਾਂ ਤੋਂ ਬਚਿਆ ਰਹਿੰਦਾ ਹੈ। ਸਾਧ ਸੰਗ ਮਲ ਸਗਲੀ ਖੋਤ। ਫਿਰ ਕੀ ਹੁੰਦਾ ਹੈ? ਅੱਗੇ ਆ ਗਿਆ ਸ਼ਬਦ ਸਾਧ ਸੰਗ। ਪਹਿਲਾਂ ਕੀ ਸਾਧ ਦੀ ਗੱਲ ਸੀ, ਹੁਣ ਸਾਧ ਸੰਗ। ਗੁਰੂ ਦੀ ਸੰਗਤ ਵਿੱਚ ਬੈਠਿਆਂ, ਗੁਰੂ ਦੇ ਵਿਚਾਰਾਂ ਨਾਲ ਸੰਗ ਕੀਤਿਆਂ, ਗੁਰੂ ਦੇ ਵਿਚਾਰਾਂ ਨੂੰ ਜੀਵਨ ਵਿੱਚ ਧਾਰਨ ਕਰਨ ਨਾਲ ਸਾਰੀ ਦੀ ਸਾਰੀ ਵਿਕਾਰਾਂ ਦੀ, ਕੁਕਰਮਾਂ ਦੀ, ਮਾੜੀ ਮੱਤ ਦੀ ਜਿਹੜੀ ਮੈਲ ਹੈ ਉਹ ਖਤਮ ਹੋ ਜਾਂਦੀ ਹੈ, ਮਿਟ ਜਾਂਦੀ ਹੈ। ਸਾਧ ਕੈ ਸੰਗ ਮਿਟੈ ਅਭਿਮਾਨ। ਹੁਣ ਇੱਥੇ ਕਮਾਲ ਦੀ ਗੱਲ ਹੈ, ਸਾਧ ਕੈ ਸੰਗ, ਗੁਰੂ ਦਾ ਜਦੋਂ ਆਪਾਂ ਸੰਗ ਕਰਦੇ ਹਾਂ, ਗੁਰੂ ਦੀ ਆਪਾਂ ਜਦੋਂ ਸੰਗਤ ਕਰਦੇ ਹਾਂ, ਫਿਰ ਕੀ ਹੁੰਦਾ ਹੈ? ਮਿਟੈ ਅਭਿਮਾਨ। ਅਭਿਮਾਨ ਦਾ ਮਤਲਬ ਹੈ ਜੀ ਹੰਕਾਰ। ਸਾਰਾ ਦਾ ਸਾਰਾ ਜਿਹੜਾ ਹੰਕਾਰ ਹੈ ਉਹ ਖਤਮ ਹੋ ਜਾਂਦਾ, ਹੰਕਾਰ ਨਹੀਂ ਰਹਿੰਦਾ ਜੀਵਨ ਵਿੱਚ, ਕਿਸੇ ਪ੍ਰਕਾਰ ਦਾ ਹੰਕਾਰ ਨਹੀਂ ਰਹਿੰਦਾ। ਇੱਥੇ ਇੱਕ ਹੋਰ ਗੱਲ ਵੀ ਮੈਂ ਸ਼ੇਅਰ ਕਰ ਦਵਾਂ, ਜਦੋਂ ਤੱਕ ਅਸੀਂ ਹੰਕਾਰ ਦੇ ਵਸ ਵਿੱਚ ਹਾਂ ਉਦੋਂ ਤੱਕ ਅਸੀਂ ਗੁਰੂ ਨੂੰ ਪਿਆਰੇ ਨਹੀਂ ਹੋ ਸਕਦੇ। ਗੁਰੂ ਨੂੰ ਪਿਆਰਾ ਉਹੀ ਹੁੰਦਾ ਹੈ ਜਿਹੜਾ ਹੰਕਾਰ ਨੂੰ ਛੱਡ ਦਿੰਦਾ ਹੈ, ਜਿਹਦੇ ਜੀਵਨ ਦੇ ਵਿੱਚ ਹੰਕਾਰ ਨਹੀਂ ਰਹਿੰਦਾ। ਜਦੋਂ ਤੱਕ ਸਾਡੇ ਜੀਵਨ ਵਿੱਚ ਹੰਕਾਰ ਹੈ ਉਦੋਂ ਤੱਕ ਅਸੀਂ ਮਾਲਕ ਦੇ ਪਾਵਨ ਚਰਨਾਂ ਦੇ ਵਿੱਚ ਸਮਾਈ ਕਰ ਹੀ ਨਹੀਂ ਸਕਦੇ, ਕਿਉਂਕਿ ਬਾਪੂ ਦੀ ਪਾਵਨ ਬਾਣੀ ਵਿੱਚ ਵੀ ਆਖਿਆ ਗਿਆ, ਅਹੰਗ ਤੋਰੋ ਮੁਖ ਜੋੜੋ। ਮੇਰੇ ਨਾਲ ਜੁੜਨ ਤੋਂ ਪਹਿਲਾਂ ਹੰਕਾਰ ਨੂੰ ਖਤਮ ਕਰੋ। ਜਿਸ ਦਿਨ ਉਹ ਖਤਮ ਹੋ ਗਿਆ ਉਸ ਦਿਨ ਮੈਂ ਤੁਹਾਤੋਂ ਕੋਈ ਦੂਰ ਨਹੀਂ ਹਾਂ, ਮੈਂ ਤੁਹਾਡੇ ਬਿਲਕੁਲ ਨੇੜੇ ਵਸਦਾ ਹਾਂ। ਸਿਰਫ ਹੰਕਾਰ ਦੀ ਜਿਹੜੀ ਦੀਵਾਰ ਹੈ ਨਾ ਉਹ ਸੈਂਟਰ ਦੇ ਵਿੱਚ ਹੈ। ਤੁਹਾਨੂੰ ਪਤਾ ਹੈ ਜੀ ਪਿਆਰਿਓ, ਸਾਡੇ ਘਰਾਂ ਦੀਆਂ ਵੰਡੀਆਂ ਪੈਂਦੀਆਂ ਨੇ। ਜਦੋਂ ਮਾਂ-ਬਾਪ ਬਜ਼ੁਰਗ ਹੋ ਜਾਂਦੇ ਨੇ, ਖਾਸ ਤੌਰ ਤੇ ਭਰਾ ਵੰਡੀਆਂ ਪਾ ਲੈਂਦੇ ਨੇ। ਵੰਡੀਆਂ ਪਾਉਣ ਦਾ ਮਤਲਬ ਹੁੰਦਾ ਹੈ ਸੈਂਟਰ 'ਚ ਕੰਧਾਂ ਖੜੀਆਂ ਕਰ ਲੈਂਦੇ ਨੇ। ਫਿਰ ਜੇ ਇੱਕ ਵਿਹੜਾ ਹੁੰਦਾ ਹੈ ਉਹਦੇ 2 3 4 ਹਿੱਸੇ ਬਣ ਜਾਂਦੇ ਨੇ। ਕੰਧਾਂ ਕਿਉਂ ਖੜੀਆਂ ਕੀਤੀਆਂ ਜਾਂਦੀਆਂ ਨੇ ਭਲਾ? ਉਹ ਕੰਧਾਂ ਇਸ ਲਈ ਖੜੀਆਂ ਨਹੀਂ ਕੀਤੀਆਂ ਜਾਂਦੀਆਂ ਵੀ ਆਪਾਂ ਵੰਡੀਆਂ ਪਾ ਲਈਆਂ, ਇਸ ਲਈ ਖੜੀਆਂ ਕੀਤੀਆਂ ਜਾਂਦੀਆਂ ਨੇ ਵੀ ਸਾਨੂੰ ਨਾ ਤੁਹਾਡੀ ਸ਼ਕਲ ਦਿਸਣੀ ਨਹੀਂ ਚਾਹੀਦੀ ਇੱਕ ਦੂਸਰੇ ਦੀ। ਭਰਾ ਭਰਾ ਹੁੰਦੇ ਨੇ, ਵੈਰ ਪਾ ਕੇ ਬਹਿ ਜਾਂਦੇ ਨੇ। ਇੱਕ ਥਾਲੀ 'ਚ ਖਾਣ ਵਾਲੇ ਜਿਨ੍ਹਾਂ ਦੀਆਂ ਥਾਲੀਆਂ ਵੱਖੋ ਵੱਖਰੀਆਂ ਹੋ ਜਾਂਦੀਆਂ ਨੇ, ਮਾਂ ਬਾਪ ਵੰਡੇ ਜਾਂਦੇ ਨੇ, ਸੈਂਟਰ ਵਿੱਚ ਕੰਧਾਂ ਪਾ ਲੈਂਦੇ ਨੇ। ਫਿਰ ਕੀ ਹੁੰਦਾ ਜੀ, ਲੁਕਾ ਕਰਦਿਆਂ ਕਰਦਿਆਂ ਹੰਕਾਰ ਤਾਂ ਵੱਧਦਾ ਹੀ ਵੱਧਦਾ, ਲੜਾਈ ਝਗੜਾ ਕਲੇਸ਼ ਵੀ ਵੱਧਦੇ ਨੇ। ਵੰਡੀਆਂ ਵਾਲਾ ਜਿਹੜਾ ਸਿਸਟਮ ਹੈ ਕਿਤੇ ਖਤਮ ਹੋ ਜਾਏ ਨਾ ਸਾਡੇ ਪੰਜਾਬ ਵਿੱਚੋਂ, ਦੁਨੀਆ ਵਿੱਚੋਂ, ਤੇ ਪੂਰਾ ਸੰਸਾਰ ਹੀ ਸੁਖੀ ਵਸੇਗਾ। ਇਸੇ ਤਰ੍ਹਾਂ ਹੀ ਅਸੀਂ ਵੰਡੀ ਰੱਬ ਵਿੱਚ ਵੀ ਪਾਈ ਹੋਈ ਹੈ। ਅਸੀਂ ਆਪਣੇ ਆਪ ਨੂੰ ਬੜਾ ਮਹਾਨ ਸਮਝਦੇ ਹਾਂ, ਜਿਸ ਕਾਰਨ ਸਾਡੀ ਨਿਗਾਹ ਦੇ ਵਿੱਚ ਹੰਕਾਰ ਆ ਕੇ ਵਸ ਜਾਂਦਾ। ਅਸੀਂ ਆਪਣੇ ਆਪ ਨੂੰ ਦੌਲਤਮੰਦ, ਆਪਣੇ ਆਪ ਨੂੰ ਉੱਚ ਜਾਤੀ ਦਾ, ਦੂਸਰਿਆਂ ਨੂੰ ਗਰੀਬ ਨੀਵੀਆਂ ਜਾਤਾਂ ਵਾਲੇ ਦੇਖਦੇ ਹਾਂ। ਫਿਰ ਹੰਕਾਰ ਖੜਾ ਹੋ ਜਾਂਦਾ ਹੈ, ਰੱਬ ਦੂਰ ਹੋ ਜਾਂਦਾ ਹੈ। ਬਸ ਇੰਨੀ ਕੁ ਗੱਲ ਹੈ। ਜੇ ਪੱਲੇ ਪੈ ਗਈ ਦੁਨੀਆ ਦੇ ਸਾਰੀ ਕਲੇਸ਼
ਦੁਨੀਆ ਦੇ ਸਾਰੇ ਝਗੜੇ ਖਤਮ ਹੋ ਜਾਣਗੇ। ਬਾਪੂ ਕਹਿੰਦੇ ਨੇ ਸਾਧ ਕੈ ਸੰਗ ਮਿਟੈ ਅਭਿਮਾਨ, ਜਿੱਥੇ ਹੰਕਾਰ ਖਤਮ ਹੁੰਦਾ ਹੈ ਗੁਰੂ ਦੀ ਸੰਗਤ ਕੀਤਿਆਂ। ਸਾਧ ਕੈ ਸੰਗ ਪ੍ਰਗਟੈ ਸੁਗਿਆਨ, ਸੁਗਿਆਨ ਭਾਵ ਚੰਗੀ ਮੱਤ। ਗੁਰੂ ਦੀ ਸੰਗਤ ਕਰਨ ਨਾਲ ਚੰਗੀ ਮੱਤ ਆਉਂਦੀ ਹੈ। ਇਸ ਲਈ ਗੁਰੂ ਦੇ ਕੋਲ ਬੈਠੋ, ਗੁਰੂ ਦੀ ਸੰਗਤ ਕਰੋ। ਗੁਰੂ ਅਮਰਦਾਸ ਸਾਹਿਬ ਦੇ ਟਾਈਮ ਇੱਕ ਪ੍ਰੇਮੇ ਕੋਹੜੀ ਦੀ ਕਥਾ ਆਉਂਦੀ ਹੈ। ਪ੍ਰੇਮਾ ਜਿਹੜਾ ਕਿਸੇ ਟਾਈਮ ਬਹੁਤ ਦੌਲਤਮੰਦ ਬੰਦਾ ਸੀ, ਜਿਹਦਾ ਪਿਓ ਕਿਸੇ ਟਾਈਮ ਬਹੁਤ ਅਮੀਰ ਸੀ, ਪਰ ਸਮਾਂ ਇਨਸਾਨ ਨੂੰ ਕਿੱਥੇ ਘਸੀਟ ਕੇ ਲੈ ਆਉਂਦਾ ਹੈ ਪਤਾ ਨਹੀਂ ਹੁੰਦਾ। ਪਿਤਾ ਚੜ੍ਹਾਈ ਕਰ ਗਿਆ, ਪੁੱਤਰ ਟੀਨੇਜਰ ਸੀ, ਗਲਤ ਸੰਗਤ ਵਿੱਚ ਪੈ ਗਿਆ, ਕੁਕਰਮ ਕਰਦਾ ਰਿਹਾ, ਆਖਰ ਪਾਪਾਂ ਦਾ ਘੜਾ ਭਰਿਆ, ਰੋਗੀ ਹੋ ਗਿਆ, ਰੋਗ ਲੱਗ ਗਏ, ਸਰੀਰ ਨੂੰ ਕੋਹੜ ਹੋਣਾ ਸ਼ੁਰੂ ਹੋ ਗਿਆ। ਯਾਰ ਦੋਸਤ ਮਿੱਤਰ ਸਾਰੇ ਛੱਡ ਕੇ ਚਲੇ ਗਏ। ਪਿਆਰਿਓ, ਕੋਈ ਸਾਥ ਨਹੀਂ ਜੇ ਦਿੰਦਾ ਜਦੋਂ ਦੁੱਖ ਆਉਂਦਾ ਬੰਦੇ ਨੂੰ। ਜਦੋਂ ਸੁੱਖ ਆਉਂਦਾ ਸਾਰੇ ਨੇੜੇ ਹੁੰਦੇ ਨੇ, ਜਦੋਂ ਦੁੱਖ ਆਉਂਦਾ ਸਾਰੇ ਦੂਰ ਹੋ ਜਾਂਦੇ ਨੇ। ਦੁੱਖ ਦੇ ਵਕਤ ਜਿਹੜਾ ਤੁਹਾਡੇ ਨੇੜੇ ਹੋਵੇ ਨਾ, ਸਮਝ ਲਿਓ ਉਹ ਬੇਸ਼ਕੀਮਤੀ ਹੀਰਾ ਹੈ, ਉਹਨੂੰ ਨਾ ਕਦੇ ਜ਼ਿੰਦਗੀ 'ਚ ਛੱਡਿਓ। ਜਿਹੜਾ ਸੁੱਖ ਦੇ ਵੇਲੇ ਹੀ ਨਾਲ ਹੋਵੇ, ਦੁੱਖ ਦੇ ਵਕਤ ਦੂਰ ਹੋ ਜਾਏ, ਭਾਵੇਂ ਤੁਹਾਡੀ ਮਾਂ ਹੋਵੇ, ਪਿਤਾ ਹੋਵੇ, ਭੈਣ ਹੋਵੇ, ਭਰਾ ਹੋਵੇ, ਰਿਸ਼ਤੇਦਾਰ ਹੋਣ, ਭੁੱਲ ਜਿਓ ਕਿਸੇ ਨੂੰ। ਇਹ ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਦੇ ਨਾਲ ਘਟਨਾ ਵਾਪਰਦੀ ਹੈ। ਦੁੱਖ ਦੇ ਵਕਤ ਲੋਕ ਕਿਉਂ ਸਾਥ ਛੱਡ ਜਾਂਦੇ ਨੇ? ਕਿਉਂਕਿ ਉਸ ਟਾਈਮ ਤੁਹਾਨੂੰ ਉਹਨਾਂ ਦੀ ਜ਼ਰੂਰਤ ਹੁੰਦੀ ਹੈ, ਪਰ ਉਹਨਾਂ ਨੂੰ ਤੁਹਾਡੀ ਜ਼ਰੂਰਤ ਨਹੀਂ ਹੁੰਦੀ। ਬਸ ਸੁੱਖ ਦੇ ਵਕਤ ਕਿਉਂ ਨੇੜੇ ਆ ਜਾਂਦੇ ਨੇ? ਕਿਉਂਕਿ ਉਸ ਟਾਈਮ ਉਹਨਾਂ ਨੂੰ ਤੁਹਾਡੀ ਜ਼ਰੂਰਤ ਹੁੰਦੀ ਹੈ। ਦੁੱਖ ਦੇ ਵਕਤ ਦੂਰ, ਸੁੱਖ ਦੇ ਵਕਤ ਨੇੜੇ। ਆਹ ਦੁਨੀਆ ਦਾ ਦਸਤੂਰ ਵੀ ਹੈ ਪਿਆਰਿਓ, ਇਹ ਤਾਂ ਮੰਨਣਾ ਹੀ ਪੈਣਾ। ਸੰਸਾਰ ਹੈ ਹੀ ਮਤਲਬੀ ਹੈ, ਮਤਲਬ ਨਾਲ ਹੀ ਜਿਉਂਦਾ ਹੈ। ਪ੍ਰੇਮਾ ਜਿਹੜਾ ਸੀ ਨਾ, ਉਹਦੇ ਦੋਸਤ ਮਿੱਤਰ ਸਾਰੇ ਸਾਥ ਛੱਡ ਗਏ। ਭਾਣਾ ਕੀ ਵਾਪਰਿਆ, ਪਿੰਡ ਵਾਲਿਆਂ ਨੇ ਉਹਨੂੰ ਘਰੋਂ ਕੱਢ ਦਿੱਤਾ। ਪਿੰਡੋਂ ਬਾਹਰ ਜਿਹੜਾ ਇੰਨਾ ਅਮੀਰ ਬੰਦਾ ਸੀ, ਕੋਹੜੀ ਜਦੋਂ ਹੋ ਗਿਆ ਨਾ, ਤੇ ਕੋਹੜ ਦਾ ਰੋਗ ਇਦਾਂ ਦਾ ਵੀ ਲੋਕ ਦੂਰ ਦੂਰ ਭੱਜਦੇ। ਪਿੰਡੋਂ ਬਾਹਰ ਨਾ ਉਹਨਾਂ ਨੇ ਇੱਕ ਵੈਸੇ ਹੀ ਝੁੱਗੀ ਝੌਂਪੜੀ ਜੀ ਤਿਆਰ ਕੀਤੀ ਤੇ ਉਹਦੇ ਵਿੱਚ ਉਹਨੂੰ ਬਿਠਾ ਦਿੱਤਾ। ਪਿਆਰਿਓ, ਬਸ ਕੋਈ ਵਿਚਾਰਾ ਆ ਗਿਆ, ਪਾਣੀ ਪੂਣੀ ਦੇ ਗਿਆ, ਰੋਟੀ ਪਾਣੀ ਮਾੜਾ ਮੋਟਾ ਖਵਾ ਗਿਆ, ਨੇ ਤੇ ਭੁੱਖਾ ਹੀ ਮਰਦਾ ਰਿਹਾ। ਇੱਕ ਦਿਨ ਸਮਾਂ ਪਾ ਕੇ ਉਹਨੂੰ ਪਤਾ ਲੱਗਾ ਵੀ ਗੁਰੂ ਅਮਰਦਾਸ ਸਾਹਿਬ ਜੀ ਨਥਾਵਿਆਂ ਦੇ ਥਾਂ ਹੈ। ਉੱਥੇ ਪਹੁੰਚ ਗਿਆ, ਕਿਸੇ ਤਰ੍ਹਾਂ ਵਿਚਾਰਾ ਰੋਂਦਾ। ਕਾਫੀ ਦਿਨ ਗੇਟ ਦੇ ਬਾਹਰ ਬੈਠਾ ਰਿਹਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਹੋਈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਿਹਾ, ਜਿਹੜਾ ਬਾਹਰ ਬੰਦਾ ਬੈਠਾ ਨਾ ਕੋਹੜੀ, ਉਹਨੂੰ ਅੰਦਰ ਲੈ ਕੇ ਆਓ। ਅੰਦਰ ਲੈ ਕੇ ਆਏ, ਉਹਨੂੰ ਨਵਾਇਆ ਧਵਾਇਆ, ਫਰੈਸ਼ ਕੱਪੜੇ ਦਿੱਤੇ, ਨਾਲ ਦੀ ਨਾਲ ਚੰਗਾ ਖਾਣਾ ਦਿੱਤਾ ਤੇ ਉਹਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਦਿਨੋਂ ਦਿਨ 9/9 ਹੋ ਗਿਆ। ਬਿਮਾਰ ਸੀ, ਕੱਪੜੇ ਚੰਗੇ ਨਹੀਂ ਸੀ, ਖਾਣਾ ਪੀਣਾ ਚੰਗਾ ਨਹੀਂ ਸੀ, ਖੁਰਾਕ ਚੰਗੀ ਨਹੀਂ ਸੀ, ਦਵਾਈ ਨਹੀਂ ਸੀ। ਇਹ ਸਭ ਕੁਝ ਗੁਰੂ ਅਮਰਦਾਸ ਸਾਹਿਬ ਨੇ ਪ੍ਰੋਵਾਈਡ ਕਰਵਾਇਆ। ਯੰਗ ਸੀ, ਅਜੇ ਨੌਜਵਾਨ ਸੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਇੱਕ ਮਰਦੇ ਹੋਏ ਨੌਜਵਾਨ ਦੀ ਜਾਨ ਬਚਾਈ। ਅਸੀਂ ਆਪਣੇ ਹੱਥੀਂ ਮਾਰ ਰਹੇ ਹਾਂ ਆਪਣੇ ਨੌਜਵਾਨਾਂ ਨੂੰ। ਅੱਜ ਸਰਕਾਰਾਂ ਟੀਕੇ ਲਾ ਕੇ ਮਾਰ ਰਹੀਆਂ ਨੇ। ਟੀਕੇ ਨੌਜਵਾਨ ਖੁਦ ਨਹੀਂ ਲਾ ਰਹੇ, ਸਰਕਾਰਾਂ ਲਾ ਰਹੀਆਂ ਨੇ। ਆਪਣੇ ਹੱਥੀਂ ਆਪਣੀ ਪਨੀਰੀਆਂ ਖਤਮ ਕਰ ਰਹੇ ਹਾਂ, ਕੇਵਲ ਚੰਦ ਪੈਸਿਆਂ ਵਾਸਤੇ। ਸਦਾ ਨਹੀਂ ਰਹਿੰਦਾ ਪੈਸਾ, ਨਾ ਪੈਸੇ ਇਕੱਠੇ ਕਰਨ ਵਾਲੇ ਸਦਾ ਰਹਿੰਦੇ ਨੇ। ਪਿਆਰਿਓ, ਇਹ ਜ਼ਿੰਦਗੀ ਇੱਕ ਵਾਰ ਮਿਲੀ ਹੈ, ਦੂਸਰੀ ਵਾਰ ਨਹੀਂ ਮਿਲਣੀ। ਚੰਗਾ ਜੀ ਕੇ ਜਾਓ, ਚੰਗਾ ਕੰਮ ਕਰਕੇ ਜਾਓ। ਲੋਕ ਮਰਨ ਤੋਂ ਬਾਅਦ ਵੀ ਚੰਗਾ ਕਹਿਣ, ਇਹ ਨਾ ਹੋਵੇ ਮਰਨ ਤੋਂ ਬਾਅਦ ਲੋਕ ਹੀ ਲਾਹਣਤਾਂ ਹੀ ਪਾਉਂਦੇ ਰਹਿਣ। ਕੀ ਫਾਇਦਾ ਦੱਸੋ, ਕੀ ਫਾਇਦਾ? ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਮਰਦੇ ਹੋਏ ਨੌਜਵਾਨ ਨੂੰ ਬਚਾਇਆ। 9/9 ਹੋ ਗਿਆ। ਉਹਨੂੰ ਪਤਾ ਲੱਗਾ ਜੀਵਨ ਅਸਲ 'ਚ ਹੈ ਕੀ ਹੈ। ਸਿੱਖ ਸੱਚ ਚੁੱਕਾ ਸੀ। ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਰਹਿ ਕੇ ਉਹਨੇ ਗੁਰਬਾਣੀ ਦਾ ਗੂੜ ਗਿਆਨ ਹਾਸਲ ਕੀਤਾ, ਇਤਿਹਾਸ ਬਾਰੇ ਜਾਣਿਆ, ਜੀਵਨ ਉੱਚਾ ਸੁੱਚਾ ਹੋ ਗਿਆ। ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਵਿਚਰਦਾ ਰਿਹਾ। ਇੱਕ ਦਿਨ ਗੁਰੂ ਅਮਰਦਾਸ ਸਾਹਿਬ ਦੇ ਮਨ ਵਿੱਚ ਖਿਆਲ ਆਇਆ, ਨੌਜਵਾਨ ਹੈ, ਇਹਦਾ ਆਨੰਦ ਕਾਰਜ ਕਰ ਦੇਣਾ ਚਾਹੀਦਾ, ਵਿਆਹ ਕਰ ਦੇਣਾ ਚਾਹੀਦਾ। ਇਤਿਹਾਸਕਾਰ ਕਹਿੰਦੇ ਸਤਿਗੁਰੂ ਨੇ ਭਰੇ ਦਰਬਾਰ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਉਸ ਪ੍ਰੇਮੇ ਦੇ ਲਈ ਬੜੇ ਪਿਆਰ ਨਾਲ ਸਮੁੱਚੀ ਸੰਗਤ ਵਿੱਚ ਅਨਾਉਂਸ ਕੀਤਾ, ਪਿਆਰਿਓ, ਕੋਈ ਆਪਣੀ ਧੀ ਦਾ ਰਿਸ਼ਤਾ ਇਸ ਬੱਚੇ ਲਈ ਕਰਨਾ ਚਾਹਵੇ ਤਾਂ ਦੱਸੋ, ਕਿਉਂਕਿ ਇਹ ਮੇਰਾ ਪੁੱਤਰ ਹੈ, ਮੇਰੇ ਪੁੱਤਰ ਸਮਾਨ ਹੈ। ਇੱਕ ਸਿੱਖ ਖੜਾ ਹੋਇਆ ਜਿਹਦੀ ਘਰ ਵਾਲੀ ਨਹੀਂ ਸੀ ਪਹਿਲਾਂ ਮੰਨੀ, ਪਰ ਬਾਅਦ 'ਚ ਉਹਨੇ ਵੀ ਹੱਥ ਜੋੜ ਦਿੱਤੇ ਸੀ। ਉਹਨੇ ਕਿਹਾ, ਸਤਿਗੁਰੂ, ਮੈਂ ਆਪਣੀ ਧੀ ਦਾ ਰਿਸ਼ਤਾ ਕਰਨ ਨੂੰ ਤਿਆਰ ਹਾਂ ਪ੍ਰੇਮੇ ਦੇ ਨਾਲ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੀ ਨਿਗਾਹ ਦੇ ਵਿੱਚ ਆਨੰਦ ਕਾਰਜ ਹੋਇਆ।
ਇਤਿਹਾਸਕਾਰ ਕਹਿੰਦੇ ਨੇ ਉਹਦੀ ਪਤਨੀ ਦਾ ਨਾਮ ਸੀ ਮੱਥੋ। ਇਤਿਹਾਸ ਵਿੱਚ ਨਾਮ ਪ੍ਰਸਿੱਧ ਹੋਏ ਨੇ ਮੱਥੋ ਮੁਰਾਰੀ, ਕਿਉਂਕਿ ਪ੍ਰੇਮੀ ਨੂੰ ਮੁਰਾਰੀ ਕਹਿੰਦੇ ਹੁੰਦੇ ਸੀ ਸਾਰੇ ਸਿੱਖ। ਸਮਾਂ ਪਾ ਕੇ ਸਤਿਗੁਰੂ ਨੇ ਇਹਨਾਂ ਨੂੰ ਮੰਜੀ ਵੀ ਦਿੱਤੀ, ਮਤਲਬ ਕਿ ਇਹਨਾਂ ਨੂੰ ਇੱਕ ਪ੍ਰਚਾਰਕ ਥਾਪਿਆ। ਮੀਆਂ ਬੀਬੀ ਨੇ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਿਆ, ਜਿੱਥੇ ਆਪਣਾ ਜੀਵਨ ਉੱਚਾ ਸੁੱਚਾ ਹੋਇਆ। ਲੱਖਾਂ ਹੋਰ ਲੋਕਾਂ ਨੂੰ ਉੱਚੇ ਸੁੱਚੇ ਜੀਵਨ ਵਾਲੇ ਬਣਾ ਕੇ ਗਏ। ਜਦੋਂ ਅਸੀਂ ਗੁਰੂ ਦੀ ਸੰਗਤ ਕਰਦੇ ਹਾਂ ਫਿਰ ਕੀ ਹੁੰਦਾ? ਸਾਧ ਕੈ ਸੰਗ ਪ੍ਰਗਟੈ ਸੁਗਿਆਨ, ਚੰਗੀ ਮੱਤ ਆਉਂਦੀ ਹੈ ਗੁਰੂ ਦੀ ਸੰਗਤ ਕੀਤਿਆਂ। ਜਿੱਥੇ ਪ੍ਰੇਮੇ ਵਰਗੇ ਤਰ ਗਏ, ਅਸੀਂ ਵੀ ਤਰ ਸਕਦੇ ਹਾਂ ਜੇ ਅਸੀਂ ਗੁਰੂ ਦੀ ਸੰਗਤ ਕਰਾਂਗੇ, ਜੀਵਨ ਉੱਚਾ ਹੋ ਜਾਏਗਾ। ਇਸ ਘਟਨਾ ਤੋਂ ਆਪਾਂ ਬਹੁਤ ਸਾਰੀਆਂ ਸਿੱਖਿਆਵਾਂ ਲੈਣੀਆਂ ਨੇ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਗੁਰੂ ਦੀ ਸੰਗਤ ਕੀਤਿਆਂ ਸਮਝ ਲੱਗਦੀ ਹੈ ਵੀ ਅਕਾਲ ਪੁਰਖ ਵਾਹਿਗੁਰੂ ਬਹੁਤ ਨੇੜੇ ਹੈ। ਸਾਧ ਸੰਗ ਸਭ ਹੋਤ ਨਬੇਰਾ, ਗੁਰੂ ਦੀ ਸੰਗਤ ਕਰਨ ਨਾਲ ਸਾਡਾ ਜਿਹੜਾ ਜੀਵਨ ਹੈ ਇਹ ਉੱਚਾ ਸੁੱਚਾ ਹੋ ਜਾਂਦਾ ਹੈ ਤੇ ਸਾਡੇ ਜੀਵਨ ਦਾ ਨਬੇੜਾ ਹੋ ਜਾਂਦਾ ਹੈ। ਭਾਵ ਕਿ ਮਾੜੇ ਸੰਸਕਾਰ, ਮਾੜੇ ਵਿਚਾਰ, ਮਾੜਾ ਸੁਭਾਅ ਖਤਮ ਹੋ ਜਾਂਦਾ ਹੈ। ਸਾਧ ਕੈ ਸੰਗ ਪਾਏ ਨਾਮ ਰਤਨ, ਗੁਰੂ ਦੀ ਸੰਗਤ ਕਰਨ ਨਾਲ ਇਨਸਾਨ ਨੂੰ ਪ੍ਰਮਾਤਮਾ ਦਾ ਬਹੁਤ ਬੇਸ਼ਕੀਮਤੀ ਰਤਨ ਰੂਪ ਨਾਮ ਪ੍ਰਾਪਤ ਹੁੰਦਾ ਹੈ। ਸਾਧ ਕੈ ਸੰਗ ਏਕ ਉਪਰ ਜਤਨ, ਤੇ ਇਨਸਾਨ ਨਾ ਗੁਰੂ ਦੀ ਸੰਗਤ ਕਰਨ ਨਾਲ ਇਹ ਚੀਜ਼ ਸਮਝ ਲੈਂਦਾ ਹੈ ਵੀ ਇੱਕੋ ਚੀਜ਼ ਵੱਲ ਫੋਕਸ ਕਰਨਾ, ਨਿਰੰਕਾਰ ਵੱਲ, ਆਪਣੇ ਕੰਮਕਾਰ ਕਰਦਿਆਂ ਵਾਹਿਗੁਰੂ ਵੱਲ ਉਹ ਫੋਕਸ ਕਰਦਾ ਹੈ। ਆਪਣਾ ਯਤਨ ਇਸ ਵੱਲ ਲਾਉਂਦਾ ਹੈ ਵੀ ਮੈਂ ਆਪਣਾ ਜੀਵਨ ਚੰਗਾ ਬਣਾਉਣਾ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੈ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ, ਕੋਈ ਵੀ ਇਨਸਾਨ ਗੁਰੂ ਦੀ ਵਡਿਆਈ ਜਿਹੜੀ ਹੈ ਉਹ ਸੰਪੂਰਨ ਤੌਰ ਤੇ ਨਹੀਂ ਕਰ ਸਕਦਾ। ਕੌਣ ਕਰ ਸਕਦਾ ਹੈ? ਗੁਰੂ ਬਹੁਤ ਮਹਾਨ ਹੈ, ਬਹੁਤ ਵੱਡਾ ਹੈ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ, ਨਾਨਕ ਸਾਧ ਕੀ ਸ਼ੋਭਾ ਪ੍ਰਭ ਮਾਹੇ ਸਮਾਨੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੀ ਜਿਹੜੀ ਵਡਿਆਈ ਹੈ, ਗੁਰੂ ਦੀ ਜਿਹੜੀ ਸ਼ੋਭਾ ਹੈ ਉਹ ਪਰਮਾਤਮਾ ਦੇ ਬਰਾਬਰ ਹੈ। ਗੁਰ ਪਰਮੇਸ਼ਰ ਨਾ ਹੀ ਭੇਦ, ਗੁਰੂ ਤੇ ਰੱਬ ਦੇ ਵਿਚਕਾਰ ਕੋਈ ਭੇਦ ਨਹੀਂ। ਸੋ ਇੱਥੇ ਸਾਧ ਸ਼ਬਦ ਕਿਸੇ ਪਖੰਡੀ ਬਾਬੇ ਲਈ ਨਹੀਂ, ਗੁਰੂ ਲਈ ਵਰਤਿਆ ਹੈ। ਆਓ ਆਪਣੇ ਗੁਰੂ ਨਾਲ ਜੁੜੀਏ ਤੇ ਆਪਣਾ ਜਿਹੜਾ ਜੀਵਨ ਹੈ ਉਹਨੂੰ ਉੱਚਾ ਸੁੱਚਾ ਬਣਾਈਏ। ਇਹ ਪੂਰੀ ਜਿਹੜੀ ਵਿਚਾਰ ਹੈ ਇਹਨੂੰ ਜੀਵਨ ਵਿੱਚ ਧਾਰੀਏ ਤਾਂ ਕਿ ਸਾਡਾ ਜੀਵਨ ਸਤਿਗੁਰੂ ਦੇ ਉਪਦੇਸ਼ਾਂ ਮੁਤਾਬਕ ਢਲ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।